किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। पंजवें कांड का पहला भाग विकार। दूजा भाग काम क्रोध काया को गालै ज्यों कंचन सुहागा टालै। भाग तीजा केवल सैक्स नाल संबंधित काम लफज। नंबर 4 काम दे नाल क्रोध पद की विशेष वरतों। नंबर 5 काम क्रोध दे नाल अहंकार ਅਤੇ ਛੇਵਾਂ ਭਾਗ ਕਾਮ ਕ੍ਰੋਧ ਦੇ ਨਾਲ ਦੋ ਤੋਂ ਵੱਧ ਵਿਕਾਰ ਰਸਾਂ ਦਾ ਜ਼ਿਕਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ ਮਨੁੱਖਾ ਦੇਹ ਵਿਚਲੀਆਂ ਇਹ ਪੰਜ ਹਾਲਤਾਂ ਮਾਇਆ ਦਾ ਹੀ ਇੱਕ ਰੂਪ ਹਨ। ਗੁਰਬਾਣੀ ਵਿੱਚ ਇਹਨਾਂ ਪੰਜਾਂ ਨੂੰ ਮਾਇਆ ਨਾਲ ਇੱਕਮਿਕ ਹੋਏ ਪੰਜ ਵਿਕਾਰ ਫੁਰਮਾਨ ਕੀਤਾ ਹੈ। ਪੰਜ ਵਿਕਾਰ ਮਨ ਮੇ ਬਸੇ ਅਰਾਚੇ ਮਾਇਆ ਸੰਗ। ਪੰਨਾ 297। ਨਿਰਾ ਵਿਕਾਰ ਹੀ ਨਹੀਂ ਸਗੋਂ ਇਹਨਾਂ ਨੂੰ ਬਟਵਾਰੇ ਭਾਵ ਡਾਕੂ ਵੀ ਕਿਹਾ ਹੈ। ਉਹ ਤਨਾਹੀ ਪੰਜ ਬਟਵਾਰੇ। ਪੰਨਾ 760। ਅਤੇ ਫਿਰ ਪੰਜ ਦੂਤ ਮੋਹਿ ਸੰਸਾਰ। ਪੰਨਾ 113। ਪੰਜ ਚੋਰ ਕੀ ਜਾਣੇ ਰੀਤ। ਪੰਨਾ 344। ਪੰਜ ਤਸਕਰ ਸਗਲੋ ਪਰਮਾ ਹੋਮ ਜਰੋ। ਪੰਨਾ 828। ਪੰਜ ਸਿੰਘ ਰਾਖੇ ਪ੍ਰਭ ਮਾਰ। ਪੰਨਾ 899। ਪੰਜ ਅਗਨੀਆਂ ਅੰਤਰ ਪੰਜ ਅਗਨ ਕਿਉਂ ਧੀਰਜ ਧੀਜੈ। ਪੰਨਾ 905 ਆਦਿਕ ਵੀ ਫਰਮਾਨ ਕੀਤਾ ਹੈ। ਲਗਭਗ ਸਾਰੇ ਧਰਮ ਆਗੂਆਂ ਨੇ ਇਹਨਾਂ ਪੰਜਾਂ ਨੂੰ ਮਨੁੱਖਾ ਜੀਵਨ ਦੇ ਵੈਰੀ ਮੰਨਿਆ ਹੈ। ਇਹ ਪੰਜੇ ਹੀ ਆਤਮਿਕ ਜੀਵਨ ਦੇ ਵੈਰੀ ਮੰਨੇ ਗਏ ਹਨ ਅਤੇ ਸਾਰੇ ਧਰਮ ਉਪਦੇਸ਼ਕ ਇਹਨਾਂ ਪੰਜਾਂ ਤੋਂ ਪਿੱਛਾ ਛਡਾਉਣ ਦਾ ਉਪਦੇਸ਼ ਦਿੰਦੇ ਸੁਣੇ ਜਾਂਦੇ ਹਨ। ਗੁਰਬਾਣੀ ਵਿੱਚ ਵੀ ਇਹਨਾਂ ਪੰਜਾਂ ਬਾਰੇ ਖਾਸ ਕਰਕੇ ਹਉਮੈ ਹੰਕਾਰ ਬਾਰੇ ਬਹੁਤ ਸ਼ਬਦ ਹਨ। ਇਹ ਗੱਲ ਬੜੀ ਪ੍ਰਚਲਿਤ ਹੋ ਚੁੱਕੀ ਹੈ ਕਿ ਗੁਰਬਾਣੀ ਵਿੱਚ ਇਹਨਾਂ ਪੰਜਾਂ ਨੂੰ ਆਤਮਿਕ ਜੀਵਨ ਦੇ ਵੈਰੀ ਮੰਨਿਆ ਅਤੇ ਇਹਨਾਂ ਪੰਜਾਂ ਵਿਕਾਰਾਂ ਤੋਂ ਪਿੱਛਾ ਛਡਾਉਣ ਲਈ ਅਥਵਾ ਇਹਨਾਂ ਪੰਜਾਂ ਨੂੰ ਮਾਰ ਦੇਣ ਦਾ ਬੜਾ ਕਰੜਾ ਉਪਦੇਸ਼ ਹੈ। ਪਰ ਥੋੜ੍ਹੇ ਗੁਰਸਿੱਖਾਂ ਨੂੰ ਪਤਾ ਹੈ ਕਿ ਪੰਚਮ ਪਾਤਸ਼ਾਹ ਜੀ ਨੇ ਇਹਨਾਂ ਪੰਜਾਂ ਮਨੁੱਖਾ ਜੀਵਨ ਦੇ ਸ਼ਰੀਕ ਵੀ ਫਰਮਾਨ ਕੀਤਾ ਹੈ। ਹਉ ਹੋਵਾ ਮਹਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜੀਓ। ਪੰਨਾ 73। ਸ਼ਰੀਕ ਉਰਦੂ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਅਰਥ ਭਾਈਵਾਲ ਅਥਵਾ ਹਿੱਸੇਦਾਰੀ ਰੱਖਣ ਵਾਲਾ ਹੈ। ਨਿਰਸੰਦੇਹ ਇਹਨਾਂ ਪੰਜਾਂ ਦਾ ਮਨੁੱਖ ਦੇ ਜੀਵਨ 'ਤੇ ਬੜਾ ਡੂੰਘਾ ਪ੍ਰਭਾਵ ਹੈ। ਇਹ ਪੱਖ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਕਾਮ ਕ੍ਰੋਧ ਆਦਿ ਇਹ ਪੰਜ ਵਿਕਾਰ ਕਿਸੇ ਮਨੁੱਖ ਦੀ ਕਿਰਤ ਤਾਂ ਹਨ ਹੀ ਨਹੀਂ, ਹਨ ਤਾਂ ਇਹ ਵੀ ਪਰਮਾਤਮਾ ਦੀ ਹੀ ਦੇਣ। ਇਹਨਾਂ ਪੰਜਾਂ ਦਾ ਸਿਰਜਣਹਾਰ ਵੀ ਖਸਮ ਪ੍ਰਭੂ ਆਪ ਹੀ ਹੈ ਅਤੇ ਸਤਿਗੁਰਾਂ ਦਾ ਇਹ ਫਰਮਾਨ ਹੈ ਕਿ ਨਿੰਦੋ ਨਾਹੀ ਕਾਹਿ ਬਤੇ ਇਹ ਖਸਮ ਕਾ ਕੀਆ। ਖਸਮ ਦੀ ਕਿਰਤ ਨੂੰ ਗੁਰਬਾਣੀ ਨੇ ਆਪ ਹੀ ਨਿੰਦਿਆ ਹੈ। ਪ੍ਰਭੂ ਦੀ ਕਿਸੇ ਵੀ ਕਿਰਤ ਨੂੰ ਐਵੇਂ ਝਟਪਟ ਨਿੰਦਣਾ ਆਸਤਕਤਾ ਨਹੀਂ ਮੰਨੀ ਜਾ ਸਕਦੀ। ਇਹਨਾਂ ਪੰਜਾਂ ਬਾਰੇ ਗੁਰਮਤਿ ਦਾ ਸਹੀ ਪੱਖ ਸਮਝ ਕੇ ਇਸ ਸ਼ੰਕੇ ਦੀ ਨਿਵਰਤੀ ਜ਼ਰੂਰੀ ਹੈ। ਸੋ ਇੱਥੇ ਅਸਾਂ ਇਹਨਾਂ ਅੱਡ ਗੁਰਮਤਿ ਵਿਚਾਰਾਂ ਕਰਕੇ ਗੁਰਬਾਣੀ ਸਿਧਾਂਤ ਦੀ ਅਸਲੀਅਤ ਨੂੰ ਠੀਕ ਤਰ੍ਹਾਂ ਸਮਝਣਾ ਹੈ। ਮਨ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ। ਦੂਜੇ ਭਾਏ ਅਗਿਆਨੀ ਪੂਜਦੇ ਦਰਗਾ ਮਿਲੈ ਸਜਾਏ। ਆਤਮ ਦਿਓ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ। ਪੰਨਾ 88। ਅਰਥ ਇਹ ਕੁਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਵਿੱਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ ਹੀ ਕਰਦਾ ਹੈ। ਇਸ ਵਾਸਤੇ ਮਾਇਆ ਦੇ ਪਿਆਰ ਵਿੱਚ ਫਸੇ ਰਹਿ ਕੇ ਜੋ ਮਨੁੱਖ ਪੂਜਾ ਕਰਦੇ ਹਨ, ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ, ਦਰਗਾਹ ਵਿੱਚ ਸਜ਼ਾ ਹੀ ਮਿਲਦੀ ਹੈ। ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, ਪਰ ਸਤਿਗੁਰ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸਤਿਗੁਰ ਦਾ ਭਾਣਾ ਮੰਨਣਾ ਇਹੀ ਜਪ ਤਪ ਤੇ ਸੰਜਮ ਹੈ। ਪ੍ਰਭੂ ਮਿਹਰ ਕਰੇ ਤਾਂ ਇਹ ਭਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਹੇ ਨਾਨਕ, ਉਂਝ ਤਾਂ ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੁੰਦੀ ਹੈ,
ਪਰ ਸੇਵਾ ਵੀ ਸੁਰਤ ਦੁਆਰਾ ਹੀ, ਭਾਵ ਸੁਰਤ ਨੂੰ ਸਤਿਗੁਰ ਦੇ ਭਾਣੇ ਵਿੱਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ। ਭਾਗ ਦੂਜਾ, ਕਾਮ ਕ੍ਰੋਧ ਕਾਇਆ ਕੋ ਗਾਲੈ। ਮਹਾਨ ਕੋਸ਼ ਦੇ 320 ਸਫ਼ੇ ਤੇ ਕਾਮ ਦੇ ਅਰਥ ਇਸ ਪ੍ਰਕਾਰ ਹਨ। ਕੰਮ, ਊਤਮ ਊਚਾ ਸ਼ਬਦ ਕਾਮ। ਨੰਬਰ 2, ਕਾਮਦੇਵ, ਮਨੋਜ, ਮਨ ਤੋਂ ਪੈਦਾ ਹੋਣ ਵਾਲਾ। ਕਾਮ ਕ੍ਰੋਧ ਕਰ ਅੰਧ। ਨੰਬਰ 3, ਇੱਛਾ ਕਾਮਨਾ। ਨੰਬਰ 4, ਸੰਕਲਪ ਫੁਰਨਾ, ਤਿਆਗੋ ਮਨ ਕੇ ਸਗਲ ਕਾਮ। ਨੰਬਰ 5, ਕਾਗਮਦ, ਭਾਵ ਲਾਭਦਾਇਕ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਊਤਮ ਉੱਚਾ ਸ਼ਬਦ ਕਾਮ, ਨਾਨਕ ਵਖਾਣੇ ਸਾਚ ਨਾਮ। ਪੰਨਾ 1176। ਅਰਥ, ਭਾਵ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਤਾਂ ਹੀ ਨਾਨਕ ਸਦਾ ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ। ਕਾਮ ਕਰੀ ਜੇ ਠਾਕੁਰ ਭਾਵਾਂ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ। ਪੰਨਾ 212। ਅਰਥ, ਜੇ ਠਾਕੁਰ ਪ੍ਰਭੂ ਦੀ ਕਿਰਪਾ ਮੇਰੇ ਉੱਤੇ ਹੋਵੇ ਤਾਂ ਮੈਂ ਉਸ ਦਾ ਕੰਮ ਕਰਾਂ, ਉਸ ਦੇ ਗੁਣ ਗਾਉਂਦਾ ਰਹਾਂ, ਉਸ ਦੀ ਸਿਫਤ ਸਲਾਹ ਦੇ ਗੀਤ ਹੀ ਗਾਉਂਦਾ ਰਹਾਂ। ਪਰ ਸੰਸਾਰ ਦੇ ਆਮ ਕਾਰ ਵਿਹਾਰ ਲਈ ਵੀ ਕਾਮ ਸ਼ਬਦ ਬਾਣੀ ਵਿੱਚ ਆਇਆ ਹੈ। ਰਾਤ ਜੇ ਸੋਵੇਂ ਦਿਨ ਕਰੇ ਕਾਮ, ਇੱਕ ਖਿਨ ਲਹੇ ਨ ਹਰ ਕੋ ਨਾਮ। ਪੰਨਾ 326। ਅਰਥ, ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ, ਭਾਵ ਰਾਤ ਤਾਂ ਸੁੱਤਿਆਂ ਗੁਜ਼ਾਰ ਦਿੰਦੇ ਹਨ ਤੇ ਦਿਨੇ ਦੁਨਿਆਵੀ ਕੰਮ ਧੰਦੇ ਕਰਦੇ ਰਹਿੰਦੇ ਹਨ, ਪਰ ਇੱਕ ਪਲ ਮਾਤਰ ਵੀ ਪ੍ਰਭੂ ਦਾ ਨਾਮ ਨਹੀਂ ਜਪਦੇ। ਕਾਮ ਕ੍ਰੋਧ ਕਰ ਅੰਧ ਮਾਇਆ ਕੇ, ਬੰਧ ਅਨੇਕ ਦੋਖਾ ਤਨ ਛੇਦ ਪੂਰੇ। ਪ੍ਰਭ ਬਿਨਾ ਆਨ ਨ ਰਾਖਣ ਹਾਰਾ, ਨਾਮ ਸੰਭਾਰੋ ਸ਼ਰਨ ਸੂਰੇ। ਪੰਨਾ 683। ਅਰਥ, ਇਹ ਪ੍ਰਭੂ, ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਕਾਰਨ ਜੀਵ ਅੰਨੇ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿੱਚ ਫਸੇ ਹੋਏ ਹਨ। ਅਨੇਕਾਂ ਵਿਕਾਰ ਇਹਨਾਂ ਦੇ ਸਰੀਰ ਵਿੱਚ ਪੂਰੇ ਤੌਰ 'ਤੇ ਪ੍ਰਭਾਵ ਪਾਈ ਬੈਠੇ ਹਨ। ਇਹ ਪ੍ਰਭੂ, ਤੇਥੋਂ ਬਿਨਾਂ ਕੋਈ ਹੋਰ ਜੀਵ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਕਰਨ ਜੋਗਾ ਨਹੀਂ। ਇਹ ਸ਼ਰਨ ਆਇਆਂ ਦੀ ਰਾਜ ਰੱਖਣ ਵਾਲੇ, ਆਪਣਾ ਨਾਮ ਜਪਾ। ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ। ਪੰਨਾ 1182। ਅਰਥ, ਹੈ ਭਾਈ, ਸਦਾ ਹੀ ਪ੍ਰਮਾਤਮਾ ਦਾ ਨਾਮ ਉਚਾਰਿਆ ਕਰ, ਆਪਣੇ ਮਨ ਦੀਆਂ ਹੋਰ ਸਾਰੀਆਂ ਵਾਸ਼ਨਾ ਛੱਡ ਦੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪੰਨਾ 12। ਅਰਥ, ਹੈ ਭਾਈ, ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ, ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪਣਾਉਣਗੇ। ਇਸ ਲਈ ਸਾਧ ਸੰਗਤ ਸਿਰਫ ਪਰਮਾਤਮਾ ਦਾ ਨਾਮ ਸਿਮਰਿਆ ਕਰ। ਸਾਧ ਸੰਗਤ ਵਿੱਚ ਬੈਠਣ ਦਾ ਵੀ ਤਦੋਂ ਹੀ ਲਾਭ ਹੈ ਜੇ ਉੱਥੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜੇ। ਅਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸਵਾਰ ਧਰੀ। ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ, ਬੂਝਨ ਕੀ ਸਭ ਸੂਝ ਭਰੀ। ਵਰਦਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਨ ਦੀਨ ਮਾਇਆ ਕ੍ਰਮ, ਸਿਮਰ ਸੁਵਾਮੀ ਏਕ ਘਰੀ। ਕਰਗੇ ਲੇਹੋ ਕਿਰਪਾਲ ਕਿਰਪਾਨਿਧ, ਨਾਨਕ ਕਾਟ ਭਰਮ ਭਰੀ। ਪੰਨਾ 1387। ਅਰਥ, ਹੇ ਜੀਵ, ਪਰਮਾਤਮਾ ਨੇ ਪਿਤਾ ਦਾ ਰਤਾ ਕੁਬੀਰਜ ਪਾ ਕੇ ਪੇਟ ਰੂਪ ਖੇਤ ਵਿੱਚ ਰਚਨਾ ਕਰਕੇ ਤੇਰਾ ਅਮੋਲਕ ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ। ਉਸ ਨੇ ਤੈਨੂੰ ਖਾਣ ਪੀਣ ਦੇ ਪਦਾਰਥ, ਮਹਿਲ ਮਾੜੀਆਂ ਤੇ ਮਾਨਣ ਨੂੰ ਸੁੱਖ ਬਖਸ਼ੇ। ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ। ਮਾਂ ਪਿਓ ਭਰਾ ਤੇ ਸਾਕ ਸੈਣ ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ। ਦਿਨੋਂ ਦਿਨ ਸਦਾ ਤੇਰਾ ਸਰੀਰ ਵੱਧ ਫੁੱਲ ਰਿਹਾ ਹੈ ਤੇ ਡਰਾਉਣਾ ਵਡੇਪਾ ਨੇੜੇ ਆ ਰਿਹਾ ਹੈ। ਇਹ ਗੁਣਾਂ ਤੋਂ ਸਖਣੇ ਕੰਗਲੇ ਮਾਇਆ ਦੇ ਕੀੜੇ, ਇੱਕ ਘੜੀ ਤਾਂ ਉਸ ਮਾਲਕ ਨੂੰ ਯਾਦ ਕਰ ਜਿਸ ਨੇ ਤੇਰੇ ਉੱਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਤਰਸ ਅਤੇ ਮਿਹਰਾਂ ਨਾਲ ਭਰੇ ਹਿਰਦੇ ਵਾਲੇ ਗੁਰਦੇਵ ਜੀ ਅੰਤਲੀ ਤੁਕ ਵਿੱਚ ਪ੍ਰਭੂ ਅੱਗੇ ਜੋਦੜੀ ਕਰਦੇ ਹਨ। ਹੇ ਦਿਆਲ, ਹੇ ਦਇਆ ਦੇ ਸਮੁੰਦਰ, ਭੁੱਲੜ ਜੀਵ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾ ਦੇ।
ਉਪਰੋਕਤ ਵਿਚਾਰ ਤੋਂ ਸਪਸ਼ਟ ਹੋਇਆ ਹੈ ਕਿ ਮਹਾਨ ਕੋਸ਼ ਵਾਲੇ ਅਰਥਾਂ ਵਿੱਚ ਪਹਿਲੇ ਨੰਬਰ 'ਤੇ ਕਾਮ ਦਾ ਅਰਥ ਕਾਮ-ਕਾਜ ਹੈ। ਤੀਜੇ ਅਤੇ ਚੌਥੇ ਨੰਬਰ 'ਤੇ ਕਾਮ ਦਾ ਅਰਥ ਕਾਮਨਾ, ਇੱਛਾ, ਮਨ ਦੇ ਸੰਕਲਪ। ਕਾਮ ਦੇ ਇਹਨਾਂ ਅਰਥਾਂ ਤੋਂ ਹੀ ਕਾਮਧੇਨ ਗਊ ਅਤੇ ਕਲਪ ਬ੍ਰਿਸ਼ ਦਾ ਸੰਕਲਪ ਜਨਮਿਆ ਹੈ। ਦੂਜੇ ਥਾਂ ਜਾ ਕੇ ਕਾਮ ਦਾ ਅਰਥ ਕਾਮਦੇਵ ਲਿਖਿਆ ਹੈ, ਪਰ ਖੁੱਲ੍ਹੀ ਬੋਲੀ ਵਿੱਚ ਕਾਮ ਦਾ ਅਰਥ ਕਾਮ ਵਾਸ਼ਨਾ, ਕਾਮ ਕ੍ਰੀੜਾ, ਕਾਮ ਸੇਵਾ ਆਦਿ ਬ੍ਰਾਹਮਣੀ ਗ੍ਰੰਥਾਂ ਦੇ ਅਰਥਾਂ ਵਾਲਾ ਅਥਵਾ ਭੁਵਨੇਸ਼ਵਰ ਅਤੇ ਜਗਨਨਾਥ ਆਦਿ ਮੰਦਰਾਂ ਵਿਚਲੀਆਂ ਨਗਨ ਮੂਰਤੀਆਂ ਦੀ ਤਰਜਮਾਨੀ ਕਰਨ ਵਾਲਾ ਬਣਦਾ ਹੈ। ਅਗਲੇ ਸ਼ਲੋਕ ਵਿੱਚ ਕਾਮ 2 ਵਾਰੀਆਂ ਆਇਆ ਹੈ ਅਤੇ ਦੋਹਰੀ ਵਾਰੀ ਅੱਡ-ਅੱਡ ਅਰਥਾਂ ਵਿੱਚ ਹੈ। ਪਰ ਹਰ ਕਾਮ, ਕ੍ਰੋਧ, ਝੂਠ, ਨਿੰਦਾ, ਤਜ ਮਾਇਆ, ਅਹੰਕਾਰ ਝੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੀ ਨਰਿੰਜਨ ਪਾਵੈ। ਪੰਨਾ 141। ਅਰਥ, ਜੋ ਮਨੁੱਖ ਕਾਮ, ਗੁੱਸਾ, ਝੂਠ, ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ ਵੀ ਦੂਰ ਕਰ ਲਏ, ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤਰੀ ਦਾ ਮੋਹ ਤਿਆਗ ਦੇਵੇ, ਤਾਂ ਮਨੁੱਖ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਹੀ ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਪਹਿਲੇ ਥਾਂ ਇਹ ਕਾਮ ਦੇ ਅਰਥ ਕੇਵਲ ਸੈਕਸ ਨਾਲ ਜੋੜਨਾ ਠੀਕ ਨਹੀਂ ਹੈ, ਸਗੋਂ ਅਯੋਗ ਕਾਮਨਾ ਅਥਵਾ ਅਯੋਗ ਖਾਹਿਸ਼ ਵੀ ਹੋ ਸਕਦਾ ਹੈ। ਪਰ ਦੂਜੀ ਥਾਂ ਕਾਮ ਦੇ ਨਾਲ ਕਾਮਨੀ ਭਾਵ ਇਸਤਰੀ ਆਉਣ ਕਰਕੇ ਇਸ ਕਾਮ ਦਾ ਅਰਥ ਸੈਕਸ ਸਪਸ਼ਟ ਹੈ। ਛੋਟੀਆਂ ਵੱਡੀਆਂ ਲੜਾਈਆਂ ਦੇ ਜਾਂ ਜੰਗਾਂ ਦੇ ਪਿੱਛੇ ਵੀ ਕਾਮਨਾ ਅਥਵਾ ਇੱਛਾ ਪ੍ਰਬਲ ਕਾਰਨ ਬਣੀ ਹੁੰਦੀ ਹੈ। ਗੁਰਬਾਣੀ ਵਿਚਾਰ ਸਮੇਂ ਅਸਾਂ ਧਿਆਨ ਰੱਖਣਾ ਹੈ ਕਿ ਜਿੱਥੇ ਵੀ ਕਾਮ ਨਾਲ ਕ੍ਰੋਧ ਲਫ਼ਜ਼ ਆਇਆ ਹੈ, ਉੱਥੇ ਕਾਮ ਦੇ ਅਰਥ ਸੈਕਸ ਵਾਲੇ ਪਾਸੇ ਢੁਕਦੇ ਹਨ ਕਿ ਜਾਂ ਮਾਇਕ ਪਦਾਰਥਾਂ ਦੇ ਮੋਹ ਨਾਲ ਜੋੜ ਬਣ ਰਿਹਾ ਹੁੰਦਾ ਹੈ। ਕਾਮਨਾ, ਇੱਛਾ, ਸੰਕਲਪ ਦਾ ਅਰਥ ਵਿਕਾਰਾਂ ਨਾਲ ਜੋੜਨਾ ਅਸ਼ੁੱਧ ਹੈ। ਕਾਮਨਾ ਜਾਂ ਇੱਛਾ ਤਾਂ ਪ੍ਰਭੂ ਮਿਲਾਪ ਦੀ ਵੀ ਹੋ ਸਕਦੀ ਹੈ, ਪਰ ਵਿਕਾਰ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਆਓ ਸ਼ਬਦ ਵਿਚਾਰ ਨਾਲ ਜੁੜੀਏ ਅਤੇ ਗੁਰਮਤਿ ਨੂੰ ਸਮਝਣ ਦਾ ਯਤਨ ਕਰੀਏ। ਭਾਗ ਤੀਜਾ। ਕੇਵਲ ਸੈਕਸ ਨਾਲ ਸੰਬੰਧਿਤ ਕਾਮ ਲਫ਼ਜ਼। ਕਾਲਬੂਤ ਕੀ ਹਸਤਨੀ ਮਨ ਬਉਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਭਰੇ ਮਨ ਬਉਰਾ ਰੇ, ਅੰਕਸ ਸਹਿਓ ਸੀਸ। ਪੰਨਾ 335। ਅਰਥ, ਹੇ ਕਮਲੇ ਮਨ, ਇਹ ਜਗਤ ਪਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇੱਕ ਖੇਡ ਬਣਾਈ ਹੈ। ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਾਲਬੂਤ ਦੀ ਹਥਨੀ ਬਣਾਉਂਦੇ ਹਨ, ਉਸ ਹਥਨੀ ਨੂੰ ਵੇਖ ਕੇ ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ ਸਦਾ ਮੁਹਾਬਤ ਦਾ ਅੰਖ ਸਹਾਰਦਾ ਹੈ। ਤਿਵੇਂ ਝੱਲੇ ਮਨ, ਤੂੰ ਵੀ ਮਨਮੋਹਣੀ ਮਾਇਆ ਵਿੱਚ ਫਸ ਕੇ ਦੁੱਖ ਸਹਾਰਦਾ ਹੈ। ਕਾਮ ਹੇਤ ਕੁੰਚਰ ਲੈ ਫਾਂਕਿਓ, ਉਹ ਪਰਵਸ ਭਇਓ ਬੇਚਾਰਾ, ਨਾਦ ਹੇਤ ਸਿਰ ਡਾਰਿਓ ਕੁਰੰਕਾ, ਉਸ ਹੀ ਹੇਤ ਬਿਦਾਰਾ। ਪੰਨਾ 671। ਅਰਥ, ਕਾਮ ਵਾਸ਼ਨਾ ਦੀ ਖਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ ਅਧੀਨ ਹੋ ਗਿਆ। ਹੰਡੇ ਘੇੜੇ ਦੀ ਆਵਾਜ਼ ਦੇ ਪਿਆਰ ਵਿੱਚ ਹਰਨ ਆਪਣਾ ਸਿਰ ਦੇ ਬੈਠਾ, ਉਸੇ ਦੇ ਪਿਆਰ ਵਿੱਚ ਮਾਰਿਆ ਗਿਆ। ਕਾਮਵੰਤ ਕਾਮੀ ਬਹੁ ਨਾਰੀ, ਪਰਗ੍ਰਹਿ ਜੋਹ ਨ ਚੂਕੈ, ਦਿਨ ਪ੍ਰਤ ਕਰੈ ਕਰੇ ਪਛਤਾਪੇ, ਸੋਗ ਲੋਭ ਮਹਿ ਸੂਕੈ। ਪੰਨਾ 672। ਅਰਥ, ਕਾਮ ਵਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿੰਨੀਆਂ ਹੀ ਇਸਤਰੀਆਂ ਹੋਣ, ਪਰਾਏ ਘਰ ਵੱਲ ਜਾਣੋ ਉਸ ਦੀ ਨਿਗਾਹ ਫੇਰ ਵੀ ਨਹੀਂ ਹਟਦੀ। ਉਹ ਹਰ ਰੋਜ਼ ਵਿਸ਼ੇ ਭਾਵ ਕਰਦਾ ਹੈ ਤੇ ਪਛਤਾਉਂਦਾ ਵੀ ਹੈ। ਸੋ ਇਸ ਕਾਮ ਵਾਸਨਾ ਵਿੱਚ ਅਤੇ ਪਛਤਾਵੇ ਵਿੱਚ ਉਸ ਦਾ ਆਤਮਿਕ ਜੀਵਨ ਮੁੱਕਦਾ ਜਾਂਦਾ ਹੈ। ਕਾਮ ਦਾ ਵੇਗ ਮਨੁੱਖ ਦੀ ਅਕਲ ਮਾਰ ਲੈਂਦਾ ਹੈ। ਕਾਮ ਦੇ ਵਸ ਪਿਆ ਮਨੁੱਖ ਅਜਿਹੇ ਕਾਰੇ ਕਰ ਬੈਠਦਾ ਹੈ ਜਿਨ੍ਹਾਂ ਦਾ ਪਛਤਾਵਾ ਸਾਰੀ ਉਮਰ ਪਿੱਛਾ ਨਹੀਂ ਛੱਡਦਾ। ਗੁਰੂ ਬਾਣੀ ਦਾ ਫਰਮਾਨ ਹੈ ਕਿ ਕਾਮ ਦਾ ਵੇਗ ਅਜਿਹਾ ਜ਼ਬਰਦਸਤ ਚੋਰ ਹੈ ਜੋ ਗਿਆਨਵਾਨ ਮਨੁੱਖ ਦਾ ਗਿਆਨ ਰਤਨ ਚੋਰੀ ਕਰ ਲੈਂਦਾ ਹੈ। ਇਸ ਤਨ ਮਨ ਮਧੇ ਮਦਨ ਚੋਰ, ਜਿਨ ਗਿਆਨ ਰਤਨ ਹਿਰ ਲੀਨ ਮੋਰ। ਮੈਂ ਅਨਾਥ ਪ੍ਰਭ ਕਹੂੰ ਕਾਏ, ਕੋ ਨਾ ਬੇਗੂਤੋ ਮੈਂ ਕੋ ਆਹੇ। ਮਾਧੋ ਦਾਰੁਨ ਦੁਖ ਸਹਿਓ ਨਾ ਜਾਏ, ਮੇਰੋ ਚਪਲ ਬੁੱਧ ਸਿਉ ਕਹਾਂ ਬਸਾਈ ਰਹਾਓ। ਸਨਕ ਸਨੰਦਨ ਸ਼ਿਵ ਸੁਕਾਦ, ਨਾਭ ਕਮਲ ਜਾਨੇ ਬ੍ਰਹਮਾਦ, ਕਬ ਜਨ ਜੋਗੀ ਜਟਾ ਧਾਰ,
ਸਭ ਆਪਣ ਅਵਸਰ ਚਲੇ ਸਾਰ। ਤੂੰ ਅਨਾਥ ਮੋਹਿ ਥਾ ਨਾਹੀਂ, ਪ੍ਰਭ ਦੀਨਾਨਾਥ ਦੁਖ ਕਹੋ ਕਾਹੇ। ਮੇਰੋ ਜਨਮ ਮਰਨ ਦੁਖ ਆਥ ਧੀਰ, ਸੁਖ ਸਾਗਰ ਗੁਣ ਰਵਉ ਕਬੀਰ। ਪੰਨਾ 1194। ਅਰਥ, ਇਹ ਮੇਰੇ ਮਾਧੋ, ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਇਹ ਡਾਢਾ ਭਿਆਨਕ ਦੁੱਖ ਹੁਣ ਮੈਥੋਂ ਸਹਾਰਿਆ ਨਹੀਂ ਜਾਂਦਾ। ਮੇਰੀ ਚੰਚਲ ਬੁੱਧ ਦੇ ਕਾਰਨ ਹੁਣ ਮੇਰੇ ਇਸ ਤਨ ਮਨ ਵਿੱਚ ਕਾਮਦੇਵ ਚੋਰ ਆ ਵਸਿਆ ਹੈ, ਜਿਸ ਨੇ ਗਿਆਨ ਰੂਪ ਮੇਰਾ ਰਤਨ ਮੇਰੇ ਅੰਦਰੋਂ ਚੁਰਾ ਲਿਆ ਹੈ, ਭਾਵ ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ। ਹੇ ਪ੍ਰਭੂ, ਮੈਂ ਬੜਾ ਆਜਜ਼ ਹੋ ਗਿਆ ਹਾਂ। ਆਪਣਾ ਦੁੱਖ ਤੇਥੋਂ ਬਿਨਾਂ ਮੈਂ ਹੋਰ ਕਿਸ ਨੂੰ ਦੱਸਾਂ। ਇਸ ਕਾਮ ਦੇ ਹੱਥੋਂ ਕੌਣ ਕੌਣ ਖੁਆਰ ਨਹੀਂ ਹੋਇਆ। ਮੇਰੀ ਗਰੀਬਦੀ ਕੀ ਪਾਇਆ ਹੈ। ਸਨਕ ਸਨੰਦਨ ਦੋਵੇਂ ਕਥਿਤ ਬ੍ਰਹਮਾ ਦੇ ਕਥਿਤ ਪੁੱਤਰ ਸ਼ਿਵ ਸੁਖਦੇਵ ਵਰਗੇ ਵੱਡੇ ਵੱਡੇ ਰਿਸ਼ੀ ਤਪੀ, ਕਮਲ ਦੀ ਨਾਭੀ ਤੋਂ ਜਨਮੇ ਹੋਏ ਬ੍ਰਹਮਾ ਆਦਿਕ ਕਵੀ ਲੋਕ, ਜੋਗੀ ਜਟਾਧਾਰੀ ਸਾਧੂ, ਇਹ ਸਭ ਕਾਮ ਤੋਂ ਡਰਦੇ ਆਪੋ ਆਪਣੇ ਵੇਲੇ ਦਿਨ ਕੱਟੀ ਕਰਕੇ ਚਲੇ ਗਏ। ਕਬੀਰ ਸਾਹਿਬ ਦਾ ਫਰਮਾਨ, ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ। ਉਸ ਅੱਗੇ ਇਉਂ ਅਰਜ਼ੋਈ ਕਰ, ਇਹ ਸੁੱਖਾਂ ਦੇ ਪ੍ਰਭੂ, ਇਹ ਦੀਨਾਨਾਥ ਪਰਮੇਸ਼ਵਰ, ਤੂੰ ਡੂੰਘੇ ਜਿਗਰੇ ਵਾਲਾ ਹੈ। ਮੈਂ ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ ਥਾਂ ਨਹੀਂ ਪਾ ਸਕਦਾ। ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ। ਮਾਇਆ ਤੂੰ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ, ਤਾਂ ਜੋ ਤੇਰੇ ਗੁਣ ਚੇਤੇ ਕਰ ਸਕਾਂ। ਨਿਰਪ ਕੰਨਿਆ ਕੇ ਕਾਰਨ ਹੈ ਇੱਕ ਭਇਆ ਭੇਖਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ। ਪੰਨਾ 858। ਅਰਥ, ਹੈ ਪ੍ਰਭੂ, ਤੂੰ ਉਸ ਕਾਮੀ ਤੇ ਖੁਦਗਰਜ਼ ਬੰਦੇ ਦੀ ਵੀ ਲਾਜ ਰੱਖੀ, ਭਾਵ ਤੂੰ ਉਸ ਨੂੰ ਕਾਂ ਵਾਸ਼ਨਾ ਦੇ ਵਿਕਾਰ ਵਿੱਚ ਡਿੱਗਣ ਤੋਂ ਬਚਾਇਆ ਸੀ, ਜਿਸ ਨੇ ਇੱਕ ਰਾਜੇ ਦੀ ਲੜਕੀ ਦੀ ਖਾਤਰ ਧਰਮ ਦਾ ਭੇਖ ਧਾਰਿਆ ਸੀ। ਜਿਉਂ ਕਾਮੀ ਕਾਮ ਲੁਭਾਵੈ, ਤਿਉਂ ਹਰਦਾਸ ਹਰ ਜਸ ਭਾਵੈ। ਪੰਨਾ 629। ਅਰਥ, ਜਿਵੇਂ ਕੋਈ ਵਿਸ਼ਈ ਮਨੁੱਖ ਕਾਮ ਵਾਸ਼ਨਾ ਵਿੱਚ ਹੀ ਮਗਨ ਰਹਿੰਦਾ ਹੈ, ਤਿਵੇਂ ਪਰਮਾਤਮਾ ਦੇ ਸੇਵਕ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਹੀ ਚੰਗੀ ਲੱਗਦੀ ਹੈ। ਇਸਤਰੀ ਪੁਰਖ ਕਾਮ ਵਿਆਪੇ ਜਿਉ, ਰਾਮ ਨਾਮ ਕੀ ਬਿਧ ਨਹੀਂ ਜਾਣੀ। ਮਾਤ ਪਿਤਾ ਸੁਤ ਭਾਈ ਖਰੇ ਪਿਆਰੇ, ਜਿਉ ਡੂਬ ਮੂਏ ਬਿਨ ਪਾਣੀ। ਪੰਨਾ 246। ਅਰਥ, ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਆਏ ਇਸਤਰੀ ਅਤੇ ਮਰਦ ਕਾਮ ਵਾਸ਼ਨਾ ਵਿੱਚ ਫਸੇ ਰਹਿੰਦੇ ਹਨ। ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ। ਮਾਂ ਪਿਓ ਪੁੱਤਰ ਭਰਾ ਹੀ ਬਹੁਤ ਪਿਆਰੇ ਲੱਗਦੇ ਹਨ, ਪਰ ਪਰਿਵਾਰ ਰੂਪ ਮਾਇਆ ਦੇ ਸਰੋਵਰ ਵਿੱਚ ਪਾਣੀ ਨਹੀਂ, ਪਾਣੀ ਦੀ ਥਾਂ ਮੋਹ ਹੈ। ਉਸ ਵਿੱਚ ਡੁੱਬ ਕੇ ਨਕਾ ਨੱਕ ਫਸ ਕੇ ਆਤਮਕ ਮੌਤ ਸਹੇੜਦੇ ਹਨ। ਜੈਸੀ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਪੰਨਾ 1164। ਅਰਥ, ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤਰੀ ਚੰਗੀ ਲੱਗਦੀ ਹੈ, ਤਿਵੇਂ ਨਾਮੇ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ। ਪਾਪੀ ਹੈ ਮੈਂ ਕਾਮ ਵਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਪੰਨਾ 1186। ਅਰਥ, ਪਾਪਾਂ ਵਿੱਚ ਫਸਾਉਣ ਵਾਲੀ ਕਾਮ ਵਾਸ਼ਨਾ ਮਨੁੱਖ ਦੇ ਹਿਰਦੇ ਵਿੱਚ ਟਿਕੀ ਰਹਿੰਦੀ ਹੈ। ਇਸ ਵਾਸਤੇ ਮਨੁੱਖ ਦਾ ਚੰਚਲ ਮਨ ਕਾਬੂ ਨਹੀਂ ਆ ਸਕਦਾ। ਹੇ ਕਾਮੰ ਨਰਕ ਵਿਸ਼ਰਾਮੰ, ਬਹੁ ਜੂਨੀ ਪਰਮਾਵਣੈ। ਚਿਤ ਹਰਣੰ ਤ੍ਰੈ ਲੋਕ ਗਮਯੰ, ਜਪ ਤਪ ਸੀਲ ਵਿਦਾਰਣੈ। ਅਲਪ ਸੁਖ ਅਵਤ ਚੰਚਲ, ਊਚ ਨੀਚ ਸਮਾਵਣੈ। ਤਬ ਭੈ ਬੇਮੁਚਤ ਸਾਧ ਸੰਗਤ, ਓਟ ਨਾਨਕ ਨਾਰਾਇਣ। ਪੰਨਾ 1358। ਅਰਥ, ਹੇ ਕਾਮ, ਤੂੰ ਜੀਵਾਂ ਨੂੰ ਆਪਣੇ ਵਸ ਵਿੱਚ ਕਰਕੇ ਨਰਕ ਵਿੱਚ ਅਪੜਾਉਣ ਵਾਲਾ ਹੈ ਅਤੇ ਕਈ ਜੂਨਾਂ ਵਿੱਚ ਭਟਕਾਉਣ ਵਾਲਾ ਹੈ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈ। ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ। ਤੂੰ ਜੀਵਾਂ ਦੇ ਜਪ ਤਪ ਤੇ ਸ਼ੁੱਧ ਆਚਰਣ ਨਾਸ ਕਰ ਦਿੰਦਾ ਹੈ। ਹੇ ਚੰਚਲ ਕਾਮ, ਤੂੰ ਸੁੱਖ ਤਾਂ ਥੋੜਾ ਹੀ ਦਿੰਦਾ ਹੈ, ਪਰ ਇਸੇ ਨਾਲ ਤੂੰ ਜੀਵਾਂ ਨੂੰ ਸ਼ੁੱਧ ਆਚਰਣ ਦੇ ਧਨ ਤੋਂ ਸਖਣਾ ਕਰ ਦਿੰਦਾ ਹੈ। ਜੀਵ ਉੱਚੇ ਹੋਣ ਨੀਵੇਂ ਹੋਣ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈ। ਸਾਧ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਪਹੁੰਚਿਆ ਤੇਰੇ ਡਰ ਤੋਂ ਖਲਾਸੀ ਹੈ। ਗੁਰਦੇਵ ਜੀ ਦਾ ਫਰਮਾਨ, ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਵਿੱਚ ਜਾ ਕੇ ਪ੍ਰਭੂ ਦੀ ਸ਼ਰਨ ਲੈ।
अनेक जतन करे इंद्री वास न होई। काम क्रोध जलै सब कोई। सतगुर सेवे मन बस आवे। मन मारे मने समाएंदा। पन्ना 1062। हे भाई, गुरु ਦੀ ਸ਼ਰਨ ਤੋਂ ਬਿਨਾਂ ਹੋਰ ਅਨੇਕਾਂ ਯਤਨ ਵੀ ਮਨੁੱਖ ਕਰੇ ਤਾਂ ਵੀ ਕਾਮ ਵਾਸਨਾ ਕਾਬੂ ਵਿੱਚ ਨਹੀਂ ਆ ਸਕਦੀ। ਧਿਆਨ ਮਾਰ ਕੇ ਵੇਖੋ, ਹਰੇਕ ਜੀਵ ਕਾਮ ਵਿੱਚ, ਕ੍ਰੋਧ ਵਿੱਚ ਸੜ ਰਿਹਾ ਹੈ। ਗੁਰੂ ਦੀ ਸ਼ਰਨ ਪਿਆ ਹੀ ਮਨ ਕਾਬੂ ਵਿੱਚ ਆਉਂਦਾ ਹੈ। ਜੇ ਮਨ ਵਿਕਾਰਾਂ ਵੱਲੋਂ ਰੋਕ ਲਿਆ ਜਾਵੇ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ, ਵਿਕਾਰਾਂ ਵੱਲ ਨਹੀਂ ਭਟਕਦਾ। ਬੁੱਢਾ ਹੋ ਗਿਆ ਪਰ ਕਾਮ ਨਹੀਂ ਘਟਿਆ। ਰੇ ਨਰ ਗਰਭ ਕੁੰਡਲ ਜਬ ਆਸ਼ਿਤ। ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਨ ਅਹਨਸ। ਏਕ ਅਗਿਆਨ ਸੋ ਨਾਗਾ। ਤੇ ਦਿਨ ਸੰਭਲ ਕਸ਼ਟ ਮਹਾ ਦੁਖ। ਅਵਚਿਤ ਅਦਕ ਪਸਾਰਿਆ। ਗਰਭ ਛੋੜ ਮ੍ਰਿਤ ਮੰਡਲ ਆਇਆ। ਤੋ ਨਰ ਹਰ ਮਨੋ ਵਿਸਾਰਿਆ। ਫਿਰ ਪੁਛਤਾਵੇਂਗਾ ਮੂੜੇ। ਤੂੰ ਕਵਨ ਕੁਮਤ ਭਰਮ ਲਾਗਾ। ਫੁੱਟਨੋਟ: ਰਾਮਾਇਣ ਦੀ ਵੀਡੀਓ ਡਾਕੂਮੈਂਟਰੀ ਵਿੱਚ ਵਿਸ਼ਵਾਮਿੱਤਰ ਨਾਮੀ ਇੱਕ ਬੜਾ ਪ੍ਰਸਿੱਧ ਰਿਖੀ ਆਪਣਾ ਕਈ ਸਾਲਾਂ ਦਾ ਤਪ ਇੱਕ ਸੁੰਦਰ ਅਪਸਰਾ ਤੋਂ ਭੰਗ ਕਰਦਾ ਦਰਸਾਇਆ ਹੋਇਆ ਹੈ। ਸਿੱਖ ਇਤਿਹਾਸ ਵਿੱਚ ਢਾਡੀਆਂ, ਰਾਗੀਆਂ, ਪ੍ਰਚਾਰਕਾਂ ਆਦਿ ਨੇ ਇੱਕ ਸਾਖੀ ਵਿੱਚ ਦਸ਼ਮੇਸ਼ ਜੀ ਦੇ ਨਿਕਟਵਰਤੀ ਭਾਈ ਜੋਗਾ ਸਿੰਘ ਨਾਮਕ ਇੱਕ ਸਿਦਕੀ ਸਿੱਖ ਨੂੰ ਕਥਿਤ ਤੌਰ 'ਤੇ ਹੁਸ਼ਿਆਰਪੁਰ ਦੀ ਕਿਸੇ ਵੇਸਵਾ ਨੂੰ ਵੇਖ ਕੇ ਸਿਦਕ ਤੋਂ ਡੋਲਿਆ ਹੋਇਆ ਦਰਸਾ ਕੇ ਸੰਗਤ ਕੋਲੋਂ ਮਾਇਆ ਠੱਗ ਖਾਣ ਦਾ ਪਰਪੰਚ ਰਚਾਇਆ ਹੋਇਆ। ਭਾਵੇਂ ਇਸ ਕਹਾਣੀ ਨੂੰ ਪੰਥ ਵਿਰੋਧੀਆਂ ਨੇ ਹੀ ਕਿਸੇ ਕਿਤਾਬ ਵਿੱਚ ਲਿਖ ਦਿੱਤਾ ਹੋਵੇ, ਪਰ ਇਹ ਕਥਾ ਇੱਕ ਸਾਖੀ ਦੇ ਰੂਪ ਵਿੱਚ ਗੁਰੂ ਦਰਬਾਰਾਂ ਦਾ ਸ਼ਿੰਗਾਰ ਬਣ ਰਹੀ ਹੁੰਦੀ ਹੈ। ਚੇਤ ਰਾਮ ਨਾ ਹੀ ਜੰਪੁਰ ਜਾਹੇਗਾ। ਜਨ ਵਿਚਰੇ ਅਨਰਾਧਾ ਰਹਾ। ਬਾਲ ਵਿਨੋਦ ਚਿੰਦ ਰਸ ਲਾਗਾ। ਖਿਨ ਖਿਨ ਮੋਹਿ ਵਿਆਪੈ। ਰਸ ਮਿਸ ਮੇਤ ਅੰਮ੍ਰਿਤ ਬਿਖ ਚਾਖੀ। ਤੋ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ। ਰਾਮ ਨਾਮ ਨਾ ਅਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ। ਤੋ ਆਨ ਸਖਤ ਗਲ ਬਾਂਧਿਆ। ਤਰੁਣ ਤੇਜ ਪਰ ਤ੍ਰੇਮੁਖ ਜੋ ਹੈ। ਸਰ ਅਪਸਰ ਨਾ ਪਛਾਣਿਆ। ਉਨਮਤ ਕਾਮ ਮਹਾ ਬਿਖ ਭੂਲੇ। ਪਾਪ ਪੁੰਨ ਨਾ ਪਛਾਣਿਆ। ਸੁਤ ਸੰਪਤ ਦੇਖ ਇਹ ਮਨ ਗਰਬਿਆ। ਆਰਾਮ ਹਿਰਦੈ ਤੇ ਖੋਇਆ। ਅਵਰ ਮਰਤ ਮਾਇਆ ਮਨ ਤੋਲੇ। ਤਉ ਭਗ ਮੁਖ ਜਨਮ ਵਿਗੋਇਆ। ਪੁੰਡਰ ਕੇਸ ਕੁਸਮ ਤੇ ਧੌਲੇ। ਸਪਤ ਪਤਾਲ ਕੀ ਬਾਣੀ। ਲੋਚਨ ਸ਼ਰਮੈ ਬੁੱਧ ਬਲ ਨਾਠੀ। ਤਾਂ ਕਾਮ ਪਵਸ ਮਧਾਣੀ। ਤਾਤੇ ਬਿਖੈ ਭਈ ਮਤ ਪਾਵਸ। ਕਾਇਆ ਕਮਲ ਕੁਮਲਾਣਾ। ਅਵਗਤ ਬਾਣ ਛੋੜ ਮ੍ਰਿਤ ਮੰਡਲ। ਤਉ ਪਾਸ਼ੇ ਪਛੁਤਾਣਾ। ਨਿਕਟੀ ਦੇਹ ਦੇਖ ਧੁਨ ਉਪਜੈ। ਮਾਨ ਕਰਤ ਨਹੀਂ ਬੂਝੈ। ਲਾਲਚ ਕਰੈ ਜੀਵਨ ਪਦ ਕਾਰਨ। ਲੋਚਨ ਕਛੂ ਨ ਸੂਝੈ। ਥਾਕਾ ਤੇਜ ਉੱਡਿਆ ਮਨ ਪੰਖੀ। ਘਰ ਆਂਗਨ ਨਾ ਸੁਖਾਈ। ਬੇਣੀ ਕਹੈ ਸੁਨੂ ਰੇ ਭਗਤੋ। ਮਰਨ ਮੁਕਤ ਕਿਨ ਪਾਈ। ਪੰਨਾ 93। ਅਰਥ: ਇਹ ਮਨੁੱਖ, ਜਦੋਂ ਤੂੰ ਮਾਂ ਦੇ ਪੇਟ ਵਿੱਚ ਹੈ ਤਦੋਂ ਤੇਰੀ ਸੁਰਤ ਉੱਚੇ ਪ੍ਰਭੂ ਦੇ ਧਿਆਨ ਵਿੱਚ ਜੁੜੀ ਰਹਿੰਦੀ ਸੀ। ਤੈਨੂੰ ਤਦੋਂ ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ। ਦਿਨੇ ਰਾਤ ਇੱਕ ਪ੍ਰਭੂ ਨੂੰ ਸਿਮਰਦਾ ਸੈਂ। ਤੇਰੇ ਅੰਦਰ ਅਗਿਆਨ ਦੀ ਅਣਹੋਂਦ ਸੀ। ਹੇ ਮਨੁੱਖ, ਉਹ ਦਿਨ ਹੁਣ ਚੇਤੇ ਕਰ। ਤਦੋਂ ਤੈਨੂੰ ਬੜੇ ਕਲੇਸ਼ ਤੇ ਤਕਲੀਫਾਂ ਸਨ, ਪਰ ਹੁਣ ਤੂੰ ਆਪਣੇ ਮਨ ਨੂੰ ਦੁਨੀਆ ਦੇ ਜੰਜਾਲਾਂ ਵਿੱਚ ਬਹੁਤ ਫਸਾ ਰੱਖਿਆ ਹੈ। ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿੱਚ ਆਇਆ ਹੈ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ। ਹੇ ਮੂਰਖ, ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿੱਚ ਲੱਗਾ ਹੋਇਆ ਹੈ। ਸਮਾਂ ਹੱਥੋਂ ਗਵਾ ਕੇ ਫੇਰ ਹੱਥ ਮਲੇਗਾ। ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿੱਚ ਧੱਕਿਆ ਜਾਏਗਾ। ਤੂੰ ਫਿਰਦਾ ਹੈ ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ। ਪਹਿਲਾਂ ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸਵਾਦ ਵਿੱਚ ਲੱਗਾ ਰਿਹਾ ਤੇ ਸਦਾ ਇਹਨਾਂ ਦੇ ਹੀ ਮੋਹ ਵਿੱਚ ਫਸਿਆ ਰਿਹਾ। ਹੁਣ ਜਦੋਂ ਤੂੰ ਮਾਇਆ ਰੂਪ ਵਿੱਚ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚਖਿਆ, ਤਦੋਂ ਤੈਨੂੰ ਪੰਜੇ ਕਾਮਾਦਿਕ ਖੁੱਲ੍ਹੇ ਤੌਰ 'ਤੇ ਸਤਾ ਰਹੇ ਹਨ। ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧੀ ਤੂੰ ਛੱਡ ਬੈਠਾ ਹੈ। ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। ਤੇਰੇ ਅੰਦਰ ਕਾਮ ਜ਼ੋਰਾਂ ਵਿੱਚ ਹੈ।
ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ। ਕਾਮਾਂਤਰ ਹੋ ਕੇ ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ। ਤੇਰੇ ਅੰਦਰ ਜਵਾਨੀ ਦਾ ਜੋਸ਼ ਹੈ। ਪਰਾਈਆਂ ਜਨਾਨੀਆਂ ਦੇ ਮੂੰਹ ਤੱਕਦਾ ਹੈ। ਵੇਲਾ ਕੁਵੇਲਾ ਵੀ ਤੂੰ ਨਹੀਂ ਸਮਝਦਾ। ਹੇ ਕਾਂ ਵਿੱਚ ਮਸਤ ਹੋਏ, ਹੇ ਪ੍ਰਬਲ ਮਾਇਆ ਵਿੱਚ ਭੁੱਲੇ ਹੋਏ, ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ। ਪ੍ਰਭੂ ਨੂੰ ਤੂੰ ਹਿਰਦੇ ਵਿੱਚੋਂ ਵਿਸਾਰ ਬੈਠਾ ਹੈ। ਹੋਰਨਾਂ ਸੰਬੰਧੀਆਂ ਦੇ ਮੋਇਆਂ ਤੇਰਾ ਮਨ ਜਾਂਚ ਕਰਦਾ ਹੈ ਕਿ ਕਿਤਨੀ ਕੁ ਮਾਇਆ ਮਿਲੇਗੀ। ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਗਵਾ ਲਿਆ। ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਵੀ ਵਧੇਕ ਚਿੱਟੇ ਹੋ ਗਏ ਹਨ। ਤੇਰੀ ਆਵਾਜ਼ ਡਾਢੀ ਮੱਧਮ ਹੋ ਗਈ ਹੈ, ਮਾਨੋ ਸਤਵੇਂ ਪਤਾਲ ਤੋਂ ਆਉਂਦੀ। ਤੇਰੀਆਂ ਅੱਖਾਂ ਸਿਮ ਰਹੀਆਂ ਹਨ। ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ, ਤਾਂ ਵੀ ਕਾਮ ਦੀ ਮਧਾਣੀ ਤੇਰੇ ਅੰਦਰ ਪੈ ਰਹੀ ਹੈ। ਭਾਵ ਅਜੇ ਵੀ ਕਾਮ ਦੀਆਂ ਵਾਸ਼ਨਾ ਜ਼ੋਰਾਂ ਵਿੱਚ ਹਨ। ਇਹਨਾਂ ਦੀ ਵਾਸ਼ਨਾ ਦੇ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ। ਤੇਰਾ ਸਰੀਰ ਰੂਪ ਕੌਲ ਫੁੱਲ ਘੁਮਲਾ ਗਿਆ ਹੈ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਸਮਾਂ ਵਿਹਾ ਜਾਣ ਤੇ ਪਿੱਛੋਂ ਹੱਥ ਮਿਲੇਗਾ। ਨਿੱਕੇ ਨਿੱਕੇ ਬਾਲ ਪੁੱਤਰ ਪੋਤਰੇ ਵੇਖ ਕੇ ਮਨੁੱਖ ਦੇ ਮਨ ਵਿੱਚ ਉਹਨਾਂ ਲਈ ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ। ਪਰ ਇਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਸਭ ਕੁਝ ਛੱਡ ਜਾਣਾ ਹੈ। ਅੱਖਾਂ ਤੋਂ ਦਿਸਣੋਂ ਰਹਿ ਜਾਂਦਾ ਹੈ। ਫਿਰ ਵੀ ਮਨੁੱਖ ਹੋਰ ਜਿਉਣ ਲਈ ਲਾਲਚ ਕਰਦਾ ਹੈ। ਆਖਰ ਸਰੀਰ ਦਾ ਬਲ ਮੁੱਕ ਜਾਂਦਾ ਹੈ ਤੇ ਜਦੋਂ ਜੀਵ ਪੰਛੀ ਸਰੀਰ ਵਿੱਚੋਂ ਉੱਡ ਜਾਂਦਾ ਹੈ, ਤਦੋਂ ਮੁਰਦਾ ਦੇਹ ਘਰ ਵਿੱਚ ਵਿਹੜੇ ਵਿੱਚ ਪਈ ਹੋਈ ਚੰਗੀ ਨਹੀਂ ਲੱਗਦੀ। ਬੇਣੀ ਆਖਦਾ, ਇਹ ਸੰਤ ਜਨੋ, ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਭਾਵ ਜਿਉਂਦਿਆਂ ਕਿਸੇ ਵੇਲੇ ਵੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾ ਹੋਇਆ ਤੇ ਜੀਵਨ ਮੁਕਤ ਨਾ ਹੋਇਆ, ਤਾਂ ਸੱਚ ਜਾਣੋ ਕਿ ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਹੀ ਮਿਲਦੀ। ਭਾਗ ਚੌਥਾ। ਕਾਮ ਦੇ ਨਾਲ ਕ੍ਰੋਧ ਪਦ ਦੀ ਵਿਸ਼ੇਸ਼ ਵਰਤੋਂ। ਕਾਮ ਕ੍ਰੋਧ ਕਾਇਆਂ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਗੁਰਬਾਣੀ ਵਿੱਚ ਕਾਮ ਪਦ ਦੇ ਨਾਲ ਕ੍ਰੋਧ ਸੈਂਕੜੇ ਗੁਰੂ ਸ਼ਬਦਾਂ ਵਿੱਚ ਆਇਆ। ਗੁਰੂ ਬਾਣੀ ਪੜ੍ਹਨ ਤੋਂ ਮਨ ਸੁੱਤੇ ਹੀ ਇਹ ਪ੍ਰਭਾਵ ਕਬੂਲ ਰਿਹਾ ਹੁੰਦਾ ਹੈ ਕਿ ਕਾਮ ਅਤੇ ਕ੍ਰੋਧ ਦਾ ਆਪਸ ਵਿੱਚ ਉਚੇਚਾ ਰਿਸ਼ਤਾ ਹੈ। ਬਹੁਤੀ ਵਾਰੀ ਕਾਮ ਕ੍ਰੋਧ ਪਦ ਦੇ ਨਾਲ ਜੁੜਿਆ ਹੋਇਆ ਹੀ ਮਿਲਦਾ ਹੈ। ਇਕੱਲਾ ਕਾਮ ਬੜੇ ਹੀ ਘੱਟ ਗੁਰੂ ਸ਼ਬਦਾਂ ਵਿੱਚ ਲਿਖਿਆ ਮਿਲਦਾ ਹੈ। ਕਾਰਨ ਸੰਸਾਰ ਵਿੱਚ ਅਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਆ ਰਹੀਆਂ ਹਨ, ਜਿੱਥੇ ਕਾਮੀ ਮਨੁੱਖਾਂ ਨੇ ਕ੍ਰੋਧ ਵਿੱਚ ਆ ਕੇ ਅਜਿਹੀਆਂ ਇਸਤਰੀਆਂ ਨੂੰ ਕਤਲ ਕਰ ਦਿੱਤਾ, ਜਿਨ੍ਹਾਂ ਨੇ ਮਨੁੱਖ ਦੀ ਕਾਮ ਅਗਨੀ ਠੰਡੀ ਕਰਨ ਵਿੱਚ ਉਹਨਾਂ ਦਾ ਸਾਥ ਦੇਣੋਂ ਨਾ ਕੀਤੀ। ਸੰਸਾਰ ਦੇ ਇਤਿਹਾਸ ਵਿੱਚੋਂ ਅਜਿਹੇ ਬੇਅੰਤ ਮਨੁੱਖਾਂ, ਡਾਕੂਆਂ, ਠੱਗਾਂ, ਨਿਰਦਈ ਰਾਜਿਆਂ ਅਥਵਾ ਹਾਕਮਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਨੇ ਕੇਵਲ ਆਪਣੀ ਕਾਮ ਅਗਨੀ ਠੰਡੀ ਕਰਨ ਲਈ ਅਥਵਾ ਮਨਚਾਹੀ ਇਸਤਰੀ ਹਾਸਲ ਕਰਨ ਲਈ ਸੈਂਕੜੇ ਹਜ਼ਾਰਾਂ ਬੇਗੁਨਾਹਾਂ ਨੂੰ ਅਜਾਈਂ ਮਾਰ ਮੁਕਾਇਆ। ਕਾਮ ਦਾ ਦੂਜਾ ਅਰਥ ਕਾਮਨਾ ਵੀ ਹੈ। ਲੋਭੀ ਮਨੁੱਖ ਮਨ ਇੱਛੇ ਪਦਾਰਥਾਂ ਦੀ ਪ੍ਰਾਪਤੀ ਲਈ ਕਈ ਪ੍ਰਕਾਰ ਦੇ ਨਜਾਇਜ਼ ਢੰਗ ਵਰਤਣੋਂ ਵੀ ਸੰਕੋਚ ਨਹੀਂ ਕਰਦੇ। ਚੋਰੀਆਂ, ਡਾਕਿਆਂ ਅਥਵਾ ਖੋਹਾ ਖਾਹੀ ਦੇ ਅਪਰਾਧਾਂ ਸਮੇਂ ਹਥਿਆਰਾਂ ਦੀ ਵਰਤੋਂ ਕ੍ਰੋਧ ਹੀ ਕਰਾ ਰਿਹਾ ਹੁੰਦਾ ਹੈ। ਕਾਮ ਅਥਵਾ ਕਾਮਧੇਨੁ ਸ਼ਬਦਾਂ ਦੇ ਜਨਮਦਾਤਾ ਬ੍ਰਾਹਮਣ ਦੀ ਲਿਖੀ ਗਾਥਾ ਅਸੀਂ ਇਸ ਪੁਸਤਕ ਮਾਲਾ ਦੇ ਪਹਿਲੇ ਭਾਗ ਦੇ ਅਵਤਾਰ ਪ੍ਰਥਾ ਲੇਖ ਵਿੱਚ ਪੜ੍ਹ ਚੁੱਕੇ ਹਾਂ। ਉਸ ਕਲਪਤ ਗਾਥਾ ਅਨੁਸਾਰ ਖੱਤਰੀ ਕੁਲ ਦਾ ਰਾਜਾ ਸੰਵਤਸਰ ਬਾਹੂ ਆਪਣੇ ਸਾਂਢੂ ਜਮਦਗਨ ਰਿਖੀ ਦੇ ਘਰ ਰੋਟੀ ਖਾਣ ਗਿਆ, ਤਾਂ ਉਸਨੇ ਜਮਦਗਨ ਦੇ ਘਰ ਕਾਮਧੇਨੁ ਗਊ ਵੇਖ ਕੇ ਉਸ ਦੀ ਪ੍ਰਾਪਤੀ ਦੀ ਕਾਮਨਾ ਪ੍ਰਬਲ ਹੋ ਗਈ। ਜਮਦਗਨ ਨੇ ਗਊ ਦੇਣੋਂ ਨਾ ਕੀਤੀ ਤਾਂ ਸਹੰਸਰ ਬਾਹੂ ਕਾਮਨਾ ਦੀ ਪੂਰਤੀ ਲਈ ਕ੍ਰੋਧ ਵਿੱਚ ਆ ਗਿਆ ਤੇ ਉਸਨੇ ਜਮਦਗਨ ਨੂੰ ਕਤਲ ਕਰ ਦਿੱਤਾ। ਜਮਦਗਨ ਦੇ ਪੁੱਤਰ ਪਰਸਰਾਮ ਨੇ ਜਦ ਆਪਣੇ ਪਿਤਾ ਦੇ ਕਤਲ ਦੀ ਖਬਰ ਸੁਣੀ ਤਾਂ ਉਹ ਵੀ ਕ੍ਰੋਧ ਵਿੱਚ ਆ ਗਿਆ। ਉਸਨੇ ਆਪਣੇ ਪਿਤਾ ਦਾ ਕਿਰਿਆ ਕਰਮ ਕਰਨ ਤੋਂ ਪਹਿਲਾਂ ਸਹੰਸਰ ਬਾਹੂ ਨੂੰ ਜਾ ਕਤਲ ਕੀਤਾ, ਪਰ ਪਰਸਰਾਮ ਦਾ ਕ੍ਰੋਧ ਠੰਡਾ ਨਾ ਹੋਇਆ। ਫਿਰ ਕਥਿਤ ਤੌਰ ਤੇ ਪਰਸਰਾਮ ਨੇ ਆਪਣੇ ਕੁਹਾੜੇ ਨਾਲ ਖੱਤਰੀਆਂ ਦੀਆਂ 21 ਕੁੱਲਾਂ ਖਤਮ ਕਰ ਦਿੱਤੀਆਂ ਆਦਿ। ਕਾਮ ਦੇ ਨਾਲ ਕ੍ਰੋਧ ਦਾ ਜੋੜ ਪੁਰਾਣਕ ਗ੍ਰੰਥਾਂ ਤੋਂ ਦਿਸਣਾ ਆਰੰਭ ਹੋ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਕਾਮ ਨਾਲ ਕ੍ਰੋਧ ਪਦ ਦੀ ਵਿਸ਼ੇਸ਼ ਵਰਤੋਂ ਕੀਤੀ ਹੋਈ ਨਜ਼ਰ ਆਉਂਦੀ ਹੈ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ,
ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ। ਪੰਨਾ 129। ਅਰਥ, ਇਹ ਮਾਇਆ ਹੀ ਭਾਵ ਸੁੱਖਾਂ ਦੀ ਕਾਮਨਾ ਤੇ ਦੁੱਖਾਂ ਦੇ ਡਰ, ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ। ਇਸ ਮਾਇਆ ਨੇ ਹੀ ਸਿਮਰਤੀਆਂ ਤੇ ਸ਼ਾਸਤਰ ਪੈਦਾ ਕਰ ਦਿੱਤੇ, ਭਾਵ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਰਤੀ ਦੀ ਖਾਤਰ ਹੀ ਸਿਮਰਤੀਆਂ ਸ਼ਾਸਤਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ। ਸਾਰੇ ਇਸ ਸੰਸਾਰ ਵਿੱਚ ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਪਾ ਰਹੇ ਹਨ। ਖੇਤੀ ਵਣਜ ਨਾਵੇਂ ਕੀ ਓਟ, ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀਵੇਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਪੰਨਾ 152। ਅਰਥ, ਪਰਮਾਤਮਾ ਦੇ ਨਾਮ ਦਾ ਆਸਰਾ ਇਸ ਤਰ੍ਹਾਂ ਲਵੋ ਕਿ ਜਿਸ ਤਰ੍ਹਾਂ ਖੇਤੀ ਅਥਵਾ ਵਣਜ ਨੂੰ ਆਪਣੇ ਸਰੀਰਕ ਨਿਬਾਹ ਦਾ ਸਹਾਰਾ ਬਣਾਉਂਦੇ ਹੋ। ਕੋਈ ਵੀ ਕੀਤਾ ਹੋਇਆ ਪਾਪ ਜਾਂ ਪੁੰਨ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ। ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ ਰੂਪ ਵਿੱਚ ਟਿਕ ਕੇ ਉਹੋ ਜਿਹਾ ਕਰਮ ਕਰਨ ਦੀ ਪ੍ਰੇਰਨਾ ਕਰਦਾ ਰਹਿੰਦਾ ਹੈ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੇ ਥਾਂ ਕਾਮ ਕ੍ਰੋਧ ਆਦਿਕ ਵਿਕਾਰ ਚੋਟ ਲਾਉਂਦਾ ਰਹਿੰਦਾ ਹੈ, ਪ੍ਰੇਰਨਾ ਕਰਦਾ ਰਹਿੰਦਾ ਹੈ, ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ ਇੱਥੋਂ ਮਨ ਵਿੱਚ ਵਿਕਾਰਾਂ ਦੀ ਖੋਟ ਲੈ ਕੇ ਹੀ ਤੁਰ ਪੈਂਦੇ ਹਨ। ਆਸਾ ਬੰਦੀ ਮੂਰਖ ਦੇ ਕਾਮ ਕ੍ਰੋਧ ਲਪਟਿਓ ਅਸਨੇ, ਸਿਰ ਉੱਪਰ ਠਾਢੋ ਧਰਮ ਰਾਏ, ਮੀਠੀ ਕਰ ਕਰ ਵਿਖਿਆ ਖਾਏ। ਪੰਨਾ 178। ਅਰਥ, ਮੂਰਖ ਮਨੁੱਖ ਦਾ ਸਰੀਰ ਭਾਵ ਹਰੇਕ ਗਿਆਨ ਇੰਦਰੇ ਮਾਇਆ ਦੀਆਂ ਆਸਾਂ ਨਾਲ ਜਕੜਿਆ ਰਹਿੰਦਾ ਹੈ। ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ, ਪਰ ਮੂਰਖ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਮਿੱਠੀ ਜਾਣ ਕੇ ਖਾਂਦਾ ਰਹਿੰਦਾ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ, या बिद जगत पे गुता, कह कबीर राजा राम न छोड़ूं, सगल ऊच ते ऊंचा। ਪੰਨਾ 338। ਅਰਥ, ਕਿਸੇ ਨੂੰ ਕਾਮ ਨੇ ਅਤੇ ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ ਦੇ ਕਿਸੇ ਹੋਰ ਤਰੰਗ ਨੇ। ਇਸੇ ਤਰ੍ਹਾਂ ਸਾਰਾ ਜਗਤ ਖੁਆਰ ਹੋ ਰਿਹਾ ਹੈ। ਇਹਨਾਂ ਤੋਂ ਬਚਣ ਲਈ ਕਬੀਰ ਤਾਂ ਇਹੀ ਆਖਦਾ ਹੈ, ਭਾਵ ਅਰਦਾਸ ਕਰਦਾ ਹੈ ਕਿ ਮੈਂ ਸਭ ਤੋਂ ਉੱਚੇ ਮਾਲਕ ਨੂੰ ਨਾ ਵਿਸਾਰਾਂ। ਕਾਮੀ ਕ੍ਰੋਧੀ ਚਾਤੁਰੀ, ਬਾਜੀਗਰ ਬੇਕਾਮ, ਨਿੰਦਾ ਕਰਤੇ ਜਮ ਸਿਰਾਨੋ, ਕਬੂ ਨਾ ਸਿਮਰਿਓ ਰਾਮ। ਪੰਨਾ 1105। ਅਰਥ, ਕਾਮਵਸ ਹੋ ਕੇ, ਕ੍ਰੋਧ ਅਧੀਨ ਹੋ ਕੇ, ਚਤੁਰਾਈ, ਠੱਗੀਆਂ, ਬਾਜੀਗਰ ਨਕਾਰੇਪਨ ਵਿੱਚ ਦੂਜਿਆਂ ਦੀ ਨਿੰਦਾ ਕਰਕੇ, ਹੇ ਕਮਲਿਆ ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੂੰਹ ਲੈ ਬੋਲੇ, ਨਾ ਹਮ ਗੁਣ ਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਲਹੋ ਤੁਮ ਆਪੇ, ਸਾਚ ਨਾਮ ਅਵਿਨਾਸ਼ੀ ਹੈ। ਪੰਨਾ 1048। ਅਸੀਂ ਕਸੂਰਵਾਰ ਜੀਵ ਕਾਮ ਕ੍ਰੋਧ ਦੇ ਚਿੱਕੜ ਨਾਲ ਲਿਬੜੇ ਰਹਿੰਦੇ ਹਾਂ। ਤੇਰੇ ਅੱਗੇ ਅਰਜ਼ ਕਰਦਿਆਂ ਵੀ ਸ਼ਰਮ ਆਉਂਦੀ ਹੈ। ਨਾ ਸਾਡੇ ਅੰਦਰ ਕੋਈ ਗੁਣ ਹਨ, ਨਾ ਅਸਾਂ ਕੋਈ ਸੇਵਾ ਭਗਤੀ ਕੀਤੀ ਹੈ, ਪਰ ਤੂੰ ਸਦਾ ਦਿਆਲ ਹੈ, ਮਿਹਰ ਕਰ। ਤੂੰ ਆਪ ਹੀ ਸਾਨੂੰ ਡੁੱਬ ਰਹੇ ਪੱਥਰਾਂ ਨੂੰ, ਵਿਕਾਰਾਂ ਵਿੱਚ ਡੁੱਬ ਰਹੇ ਪੱਥਰ ਦਿਲਾਂ ਨੂੰ ਆਪਣੇ ਨਾਮ ਵਿੱਚ ਲਾ ਲੈ। ਤੇਰਾ ਨਾਮ ਹੀ ਸਦਾ ਅਟਲ ਹੈ ਤੇ ਨਾਸ਼ ਰਹਿਤ ਹੈ। ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕਮਾਵੇਂ, ਸਭ ਦੁੱਖ ਕਾ ਪਸਾਰਾ, ਸਤਿਗੁਰ ਸੇਵੇਂ ਸੇ ਸੁਖ ਪਾਵੇਂ, ਸੱਚੇ ਸ਼ਬਦ ਮਲਾਏਂਦਾ। ਪੰਨਾ 1060। ਅਰਥ ਹੈ ਭਾਈ, ਕਾਮ ਅਤੇ ਕ੍ਰੋਧ ਜਗਤ ਵਿੱਚ ਬੜੇ ਬਲੀ ਹਨ। ਜੀਵ ਇਹਨਾਂ ਦੇ ਪ੍ਰਭਾਵ ਵਿੱਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖਾਤਰ ਦਾਨ ਪੁੰਨ, ਤੀਰਥ ਯਾਤਰਾ ਆਦਿਕ ਧਾਰਮਿਕ ਮਿੱਥੇ ਹੋਏ ਅਨੇਕਾਂ ਕਰਮ ਵੀ ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਖਿਲਾਰਾ ਬਣਿਆ ਰਹਿੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਆਤਮਿਕ ਆਨੰਦ ਮਾਣਦੇ ਹਨ। ਗੁਰੂ ਉਹਨਾਂ ਨੂੰ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੋੜਦਾ ਹੈ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਪੰਨਾ 971। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਪੰਨਾ 171। ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰ ਪੂਰੇ ਮਿਹਰਬਾਨ,
ਭਰਮ ਭਉ ਮਾਰਿਆ। ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ। ਅੰਮ੍ਰਿਤ ਨਾਮ ਨਿਦਾਨ ਕੰਠ ਉਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਪੰਨਾ 854। ਭਾਗ ਪੰਜਵਾਂ। ਕਾਮ ਕ੍ਰੋਧ ਦੇ ਨਾਲ ਅਹੰਕਾਰ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ। ਪਉ ਸੰਤ ਸ਼ਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ। ਪੰਨਾ 51। ਅਰਥ, ਜਿਨ੍ਹਾਂ ਬੰਦਿਆਂ ਉੱਤੇ ਜਗਤ ਦਾ ਮੋਹ ਦਬਾਅ ਪਾਈ ਰੱਖਦਾ ਹੈ, ਉਹ ਕਾਮ ਕ੍ਰੋਧ ਅਤੇ ਹੰਕਾਰ ਵਿੱਚ ਮਸਤ ਰਹਿੰਦੇ ਹਨ। ਇਹਨਾਂ ਵਿਕਾਰਾਂ ਤੋਂ ਬਚਣ ਲਈ ਹੇ ਭਾਈ, ਗੁਰੂ ਦੀ ਸ਼ਰਨ ਪਾਓ, ਗੁਰੂ ਦੀ ਚਰਨੀ ਲੱਗ, ਗੁਰੂ ਦਾ ਆਸਰਾ ਲਿਆ। ਅਗਿਆਨਤਾ ਦਾ ਘੁੱਪ ਹਨੇਰਾ ਰੂਪ ਦੁੱਖ ਮਿਟ ਜਾਂਦਾ ਹੈ। ਦੂਜੀ ਮਾਇਆ ਜਗਤ ਚਿਤ ਵਾਸ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਪੰਨਾ 223। ਅਰਥ, ਦੂਜੀ ਪਾਉਣ ਵਾਲੀ, ਮੇਰ ਤੇਰ ਪੈਦਾ ਕਰਨ ਵਾਲੀ, ਪਰਮਾਤਮਾ ਤੋਂ ਵਿੱਥ ਪਾਉਣ ਵਾਲੀ ਮਾਇਆ ਹੀ ਹੈ, ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ। ਇਸ ਮਾਇਆ ਤੋਂ ਪੈਦਾ ਹੋਏ ਕ੍ਰੋਧ ਹੰਕਾਰ ਆਦਿ ਵਿਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ਼ ਕਰ ਦਿੰਦੇ ਹਨ। ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਭਇਓ ਰੀ। ਮਹਾ ਮੋਹਨੀ ਤੁਧ ਨ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ ਰਹਾਉ। ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓ ਰੀ। ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁਟਿਓ ਰੀ। ਪੰਨਾ 384। ਅਰਥ, ਇਹ ਸਹੇਲੀ, ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈ। ਤੇਰੇ ਉੱਤੇ ਕਿਹੜੀ ਕਿਰਪਾ ਹੋਈ ਹੈ। ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵੀ ਤੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ। ਤੇਰਾ ਆਲਸ ਵੀ ਸਦਾ ਲਈ ਮੁੱਕ ਗਿਆ ਹੈ। ਇਹ ਭੈਣ, ਇਹ ਕਾਮ ਕ੍ਰੋਧ ਇਹ ਹੰਕਾਰ ਜੀਵਾਂ ਨੂੰ ਹਰੇਕ ਬੜੀ ਔਖਿਆਈ ਦੇਣ ਵਾਲਾ ਹੈ। ਤੇਰੇ ਅੰਦਰੋਂ ਕਿਸ ਜੁਗਤ ਨਾਲ ਇਹਨਾਂ ਦਾ ਨਾਸ਼ ਹੋਇਆ। ਇਹ ਭੈਣ, ਭਲੇ ਮਨੁੱਖ ਦੇਵਤੇ ਦੈਂਤ ਸਾਰੇ ਤ੍ਰੈਗੁਣੀ ਜੀਵ ਸਾਰਾ ਜਗਤ ਹੀ ਇਹਨਾਂ ਨੇ ਲੁੱਟ ਲਿਆ ਹੈ। ਸਾਰੇ ਜਗਤ ਦਾ ਆਤਮਿਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ। ਸਾਧ ਸੰਗ ਉਧਾਰ ਇਹ ਮਨ ਆਠ ਪਹਿਰ ਆਰਾਧ। ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੇ ਸਗਲ ਉਪਾਧ। ਪੰਨਾ 501। ਕਰਨ ਭਲਾ ਕਰੇ ਨਹੀਂ ਪਾਵੇ ਇਤ ਉਤ ਢੂੰਡਟ ਥਾਕ ਭਰੇ। ਕਾਮ ਕ੍ਰੋਧ ਅਹੰਕਾਰ ਵਿਆਪੈ ਕੂੜ ਕਟੰਬ ਸਿਉ ਪ੍ਰੀਤ ਕਰੇ। ਪੰਨਾ 1014। ਭਾਗ ਛੇਵਾਂ। ਕਾਮ ਕ੍ਰੋਧ ਦੇ ਨਾਲ ਦੋ ਤੋਂ ਵੱਧ ਵਿਕਾਰ ਰਸਾਂ ਦਾ ਜ਼ਿਕਰ। ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ। ਦੀਪ ਭਵਾਰੀ ਪੁਰਖ ਵਿਦਾਤੈ ਬਹੁਰ ਬੌਰ ਜਨਮਾਦੇ। ਪੰਨਾ 403। ਅਰਥ, ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰ ਰਸਾਂ ਵਿੱਚ ਇੰਦਰੀਆਂ ਦੇ ਰਸ ਵਿੱਚ ਮਨੁੱਖ ਗਲਤਾਨ ਰਹਿੰਦਾ ਹੈ। ਇਹਨਾਂ ਕੁਕਰਮਾਂ ਦੇ ਕਾਰਨ ਜਦੋਂ ਸਿਰਜਣਹਾਰ ਅਕਾਲ ਪੁਰਖ ਨੇ ਇਹਨਾਂ ਨੂੰ 84 ਲੱਖ ਜੂਨਾਂ ਵਾਲੀ ਭਵਾਂਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿੱਚ ਭਟਕਦਾ ਫਿਰਦਾ ਹੈ। ਕਾਮ ਕ੍ਰੋਧ ਮਨ ਮੋਹ ਸਰੀਰਾ ਲੱਭ ਲੋਭ ਅਹੰਕਾਰ ਸੋ ਪੀਰਾ। ਰਾਮ ਨਾਮ ਬਿਨ ਕਿਉ ਮਨ ਤੀਰਾ। ਪੰਨਾ 414। ਅਰਥ, ਜਿਸ ਮਨੁੱਖ ਦੇ ਮਨ ਅਥਵਾ ਸਰੀਰ ਵਿੱਚ ਕਾਮ ਕ੍ਰੋਧ ਮੋਹ ਲੋਭ ਅਤੇ ਹੰਕਾਰ ਵਿੱਚੋਂ ਕੋਈ ਵਿਕਾਰ ਵੀ ਪ੍ਰਬਲ ਹੈ, ਜਿਨ੍ਹਾਂ ਦੇ ਅੰਦਰ ਇਹਨਾਂ ਵਿਕਾਰਾਂ ਦਾ ਕਲੇਸ਼ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਉਸ ਦਾ ਮਨ ਇਹਨਾਂ ਦਾ ਟਾਕਰਾ ਕਰਨ ਦਾ ਕਿਵੇਂ ਹੌਸਲਾ ਕਰ ਸਕਦਾ ਹੈ। ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ। ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ। ਤਿੰਨ ਸਿੱਧ ਨ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਈ। ਗੁਰ ਬਿਹੂਨ ਮਹਾਂ ਦੁਖ ਪਾਇਆ ਜਮ ਪਕਰੇ ਬਿਲ ਲਾਈ। ਪੰਨਾ 1265। ਅਰਥ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ। ਜਨਮ ਮਰਨ ਦੇ ਗੇੜ ਵਿੱਚ ਫਸੇ ਹੋਏ ਉਹ ਸ਼ਰਮਸ਼ਾਰ ਹੁੰਦੇ ਰਹਿੰਦੇ ਹਨ। ਉਹ ਮਨੁੱਖ ਕਾਮ ਕ੍ਰੋਧ ਅਹੰਕਾਰ ਵਿੱਚ ਡੁੱਬੇ ਰਹਿੰਦੇ ਹਨ। ਹਉਮੈ ਵਿੱਚ ਫਸਿਆਂ ਦਾ ਆਤਮਿਕ ਜੀਵਨ ਸੜ ਕੇ ਸੁਆਹ ਹੋ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਨੂੰ ਜੀਵਨ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ। ਸਫਲਤਾ ਵਾਲੀ ਅਕਲ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਉਹਨਾਂ ਦੀ ਮੱਤ ਨੀਵੀਂ ਰਹਿੰਦੀ ਹੈ।
ਅਤੇ ਲੋਭ ਦੀਆਂ ਲਹਿਰਾਂ ਵਿੱਚ ਫਸਿਆ ਹੋਇਆ ਮਨਮੁਖ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਬੜਾ ਦੁੱਖ ਪਾਉਂਦਾ ਹੈ ਅਤੇ ਅੰਤ ਵੇਲੇ ਬਿਲਕਦਾ ਹੀ ਤੁਰ ਜਾਂਦਾ ਹੈ। ਸਾਵਣ ਰਾਤ ਅਹਾੜ ਦੇ ਕਾਮ ਕ੍ਰੋਧ ਦੋਇ ਖੇਤ, ਲੱਭ ਵੱਤਰ ਦਰੋਗ ਬਿਓ ਹਾਲੀ ਰਾਹ ਕਹੇਤ, ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ, ਨਾਨਕ ਲੇਖੇ ਮੰਗਿਆ ਆਉ ਤਜਣਿੰਦਾ ਜਾਏ। ਪੰਨਾ 955। ਅਰਥ, ਜਿਸ ਮਨੁੱਖ ਦੀ ਰਾਤ ਸੌਣੀ ਦੀ ਫਸਲ ਹੈ ਤੇ ਕਾਮ ਜਿਸ ਦੀ ਪੈੜੀ ਹੈ, ਭਾਵ ਜੋ ਜੀਵ ਆਪਣੀ ਰਾਤ ਕਾਮ ਅਧੀਨ ਹੋ ਕੇ ਗੁਜ਼ਾਰਦਾ, ਜਿਸ ਦਾ ਦਿਨ ਹਾੜੀ ਦੀ ਫਸਲ ਹੈ ਤੇ ਕ੍ਰੋਧ ਜਿਸ ਦੀ ਪੈੜੀ ਹੈ, ਭਾਵ ਜੋ ਦਿਨ ਦਾ ਸਮਾਂ ਕ੍ਰੋਧ ਦੇ ਅਧੀਨ ਬਿਤਾਉਂਦਾ ਹੈ, ਜਿਸ ਜੀਵ ਲਈ ਲੱਭ ਵੱਤਰ ਦਾ ਕੰਮ ਦਿੰਦਾ ਹੈ ਤੇ ਝੂਠ ਜਿਸ ਦੀ ਫਸਲ ਲਈ ਬੀਜ ਹੈ, ਭਾਵ ਜੋ ਲੱਭ ਦਾ ਪ੍ਰੇਰਿਆ ਝੂਠ ਬੋਲਦਾ ਹੈ, ਮੋਹ ਜਿਸ ਜੀਵ ਲਈ ਹਾਲ ਵਾਹੁਣ ਵਾਲਾ ਹੈ ਤੇ ਬੀਜਣ ਵਾਲਾ ਹੈ, ਵਿਕਾਰਾਂ ਦੀ ਵਿਚਾਰ ਜਿਸ ਜੀਵ ਦਾ ਹੱਲ ਹੈ, ਵਿਕਾਰਾਂ ਦਾ ਬੋਲ ਜਿਸ ਨੇ ਇਕੱਠਾ ਕੀਤਾ ਹੈ, ਉਹ ਮਨੁੱਖ ਪ੍ਰਭੂ ਦੇ ਹੁਕਮ ਵਿੱਚ ਆਪਣੀ ਕੀਤੀ ਇਸ ਕਮਾਈ ਦਾ ਖੱਟਿਆ ਖਾਂਦਾ ਹੈ। ਇਹ ਨਾਨਕ, ਜਦੋਂ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ, ਤਦੋਂ ਪਤਾ ਲੱਗਦਾ ਹੈ ਕਿ ਅਜਿਹਾ ਜੀਵ ਰੂਪ ਪਿਓ ਜਗਤ ਤੋਂ ਔਂਤਰਾ ਔਲਾਦ ਤੋਂ ਬਿਨਾਂ ਹੀ ਜਾਂਦਾ ਹੈ, ਭਾਵ ਜੀਵਨ ਅਜਾਈਂ ਗੁਆ ਕੇ ਤੁਰ ਜਾਂਦਾ ਹੈ। ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ, ਰੱਖੇ ਪੋਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੇ ਜਮ ਭਾਂਡਾ, ਕਾਮ ਕ੍ਰੋਧ ਲੋਭ ਮੋਹ ਬਾਂਧਾ, ਮਹਾਗਰਤ ਮੈਂ ਨਿਗਰਤ ਜਾਤਾ। ਪੰਨਾ 741। ਹਉ ਹਉ ਕਰਤ ਬਧੇ ਵਿਕਾਰ, ਮੋਹ ਲੋਭ ਡੂਬੋ ਸੰਸਾਰ, ਕਾਮ ਕ੍ਰੋਧ ਮਨ ਵਸ ਕੀਆ, ਸੁਪਨੇ ਨਾਮ ਨਾ ਹਰ ਲਿਆ। ਪੰਨਾ 1192। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 5ਵੇਂ ਕਾਂਡ ਦਾ ਪਹਿਲੇ ਤੋਂ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।